ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਪਰਮੇਸ਼ ਵਰਮਾ। मैं थोड़ा अपना सिद्धू मूसेवाला This is Sonam Bajwa. This is Gurundabat. Subscribe karo ji. पिटारा Pitara. Pitara, the official YouTube channel right now. सत श्री अकाल जी, मैं हवामिका गब्बी. Yeah, I have a fake ID. You know, I check out people's profiles because I don't want to check out their profiles from my, verified profile. मैं लॉकडाउन ਦੇ ਸਟਾਰਟਿੰਗ ਵਾਲੇ ਮਹੀਨੇ 'ਚ ਤੇ ਇੰਨੇ ਫੋਟੋ ਸ਼ੂਟ ਕੀਤੇ ਆਪਣੇ ਘਰੇ. ਸੋ ਮੈਂ ਆਪਣੀ ਕਿਤੇ ਤੇ ਜਾਣੀ ਸੀ ਨਾ ਉਹ ਕ੍ਰੀਏਟੀਵਿਟੀ. ਉਹ ਮੈਨੂੰ ਇਹ ਕਹਿ ਕੇ ਪੈਸੇ ਘੱਟ ਦੇਣ ਨੂੰ ਕਹਿੰਦੇ ਕਿ ਦੇਖੋ ਜੀ ਫਿਲਮ 'ਚ ਫੀਮੇਲ ਓਰੀਐਂਟਡ ਫਿਲਮ ਹੈ. ਐਂਡ ਮੈਨੂੰ ਸਮਝ ਨਹੀਂ ਆਉਂਦਾ ਕਿ ਲੌਜਿਕ ਕਿਵੇਂ ਹੈ. ਵਾਮਿਕਾ, ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਕਿ ਤੁਹਾਡੇ ਨਾਮ ਦਾ ਮਤਲਬ ਕੀ ਹੈ? ਮੇਰੇ ਨਾਮ ਦਾ ਮਤਲਬ ਹੈ ਗੋਡਿਸ ਆਫ ਵਿੰਡ, ਹਵਾ ਦੀ ਦੇਵੀ. ਤੁਹਾਡੀ ਫੈਮਿਲੀ ਵਿੱਚ ਵੀ ਕੋਈ ਪਹਿਲਾਂ ਤੋਂ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜਿਆ ਹੋਇਆ ਹੈ? ਮੇਰੀ ਫੈਮਿਲੀ 'ਚ ਹੈਗਾ ਕੋਈ ਨਹੀਂ ਹੈ, ਬਟ ਹਾਂ ਅਸੀਂ ਆਰਟ ਨਾਲ ਜ਼ਰੂਰ ਜੁੜੇ ਹੋਏ ਹਾਂ. ਮਾਈ ਡੈਡ ਇਜ਼ ਅ ਰਾਈਟਰ. ਮਾਈ ਦਾਦੂ ਯੂਜ਼ ਟੂ ਬਹੁਤ ਵਧੀਆ ਗਾਉਂਦੇ ਸੀਗੇ ਉਹ, ਅਤੇ ਇਸ ਕਰਕੇ ਮੈਂ ਆਰਟ ਨਾਲ ਹਮੇਸ਼ਾ ਜੁੜੀ ਰਹੀ ਹਾਂ. ਨੱਚਣਾ ਗਾਣਾ ਮੇਰੀ ਫੈਮਿਲੀ 'ਚ ਨਾ ਇਟਸ ਅ ਵੈਰੀ ਮੈਂਡੇਟਰੀ ਥਿੰਗ ਹੈ, ਟੂ ਡਾਂਸ ਐਂਡ ਟੂ ਸਿੰਗ. ਸੋ ਉਹ ਆਰਟਿਸਟ ਵਾਲੀ ਵਾਈਬ ਹਮੇਸ਼ਾ ਰਹੀ ਹੈ ਦੈਟ ਸੋ ਇਸ ਕਰਕੇ ਮੈਂ ਮਤਲਬ ਹਾਂ ਫਿਲਮੀ ਦੁਨੀਆ ਤਾਂ ਨਹੀਂ ਹੈ, ਬਟ ਆਰਟਿਸਟ ਵਾਲਾ ਤੇ ਆਰਟ ਐਂਡ ਆਲ ਦੈਟ ਇਟਸ ਆਲਵੇਜ਼ ਬਿਨ ਦੇਅਰ. ਤੇ ਜਿਹੜੀ ਪੇਂਟਿੰਗ ਤੁਹਾਡੇ ਪਿੱਛੇ ਨਜ਼ਰ ਆ ਰਹੀ ਹੈ ਉਹ ਤੁਹਾਡੀ ਬਣਾਈ ਹੋਈ ਹੈ? ਸੋ ਮੈਂ ਸਿੱਖ ਰਹੀ ਹਾਂ. ਇਹ ਮੈਂ ਆਪਣੇ ਪੇਂਟਿੰਗ ਟੀਚਰ ਨਾਲ ਮਿਲ ਕੇ ਬਣਾਈ ਹੈ ਅਤੇ ਉਹਨਾਂ ਨੇ ਮੈਨੂੰ ਕਾਫੀ ਕੁਝ ਸਿਖਾਇਆ ਇਹਦੇ ਵਿੱਚ. ਹੋਪਫੁਲੀ ਮੈਂ ਇਕੱਲੇ ਵੀ ਕਰ ਪਾਊਂਗੀ ਕਿਸੇ ਦਿਨ. ਜ਼ਿੰਦਗੀ ਤੇ ਕਰੀਅਰ ਨੂੰ ਲੈ ਕੇ ਤੁਹਾਡੀ ਫਿਲਾਸਫੀ ਕੀ ਹੈ? ਕਿ ਮੈਂ ਨਾ ਬਹੁਤ ਓਪਨ ਮਾਈਂਡਡ ਜੀ ਹੋ ਗਈ ਹਾਂ ਹੁਣ ਲਾਈਫ ਨੂੰ ਲੈ ਕੇ. ਸੋ ਈਵਨ ਇਫ ਥਿੰਗਸ ਹੈਪਨ ਗ੍ਰੇਟ, ਈਵਨ ਇਫ ਦੇ ਡੋਂਟ ਹੈਪਨ ਗ੍ਰੇਟ, ਸੋ ਨਾ ਮੈਂ ਬੜੀ ਉਹ ਵਾਲੇ ਹੁਣ ਮੈਂ ਲਾਈਫ 'ਚ ਬੈਲੈਂਸ ਰੱਖਣਾ ਚਾਹੁੰਦੀ ਹਾਂ. ਮੈਂ ਉਸ ਟਰੈਪ ਦੇ ਵਿੱਚ ਫਸਣਾ ਨਹੀਂ ਚਾਹੁੰਦੀ ਜਿਹਦੇ 'ਚ ਆਲਮੋਸਟ ਸਾਰੇ ਲੋਕੀ ਫਸਦੇ ਹੀ ਹੈ. ਪਰ ਮੈਂ ਚਾਹੁੰਦੀ ਹਾਂ ਕਿ ਮੈਂ ਆਪਣੀ ਸੈਨਿਟੀ, ਆਪਣਾ ਦਿਮਾਗ ਠੀਕ ਰੱਖਾਂ. ਮੈਨੂੰ ਲੱਗਦਾ ਕਿ ਉਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ. ਉਹ ਤੁਸੀਂ ਸਟਾਰ ਬਣੋ, ਫੇਮਸ ਹੋਵੋ, ਪੈਸੇ ਕਮਾਓ, ਉਹਨਾਂ ਸਭ ਤੋਂ ਜ਼ਿਆਦਾ ਉੱਪਰ ਹੈ ਤੁਹਾਡੀ ਮੈਂਟਲ ਸਟੇਟ. ਸੋ ਮੈਂ ਨਾ ਮਤਲਬ ਮੇਰੀ ਲਾਈਫ ਦਾ ਇੱਕੋ ਹੀ ਗੋਲ ਹੈ, ਟੂ ਬੀ ਹੈਪੀ. ਅਤੇ ਮੈਂ ਬੜੇ ਖੁਸ਼ ਹਾਂ ਯਾਰ. ਆਈ ਐਮ ਵੈਰੀ ਹੈਪੀ ਇਨ ਮਾਈ ਲਾਈਫ, ਟੂ ਬੀ ਵੈਰੀ ਓਨੈਸਟ. ਹਾਂ, ਬਹੁਤ ਸਾਰੀ ਚੀਜ਼ਾਂ ਤੁਹਾਡੇ ਆਸ-ਪਾਸ ਦੁਨੀਆ 'ਚ ਹੋ ਰਹੀਆਂ, ਤੁਹਾਨੂੰ ਇਫੈਕਟ ਵੀ ਕਰਦੀਆਂ, ਤੁਹਾਡੇ ਕਰੀਅਰ ਵਿੱਚ ਵੀ, ਆਪਣੀ ਇੰਡਸਟਰੀ ਵਿੱਚ ਵੀ. there are so many things, so many politics, so many things happen and you feel bad also, but again ਮੈਂ ਦਿਲ ਤੇ ਲੈਣਾ ਬੰਦ ਕਰਦੀ ਹਾਂ ਸਾਰੀਆਂ ਗੱਲਾਂ. so I am happy from inside. ਬਾਕੀ ਸਾਰੀ ਗੱਲਾਂ ਇੱਧਰ ਉੱਧਰ ਹੁੰਦੀਆਂ ਰਹਿੰਦੀਆਂ, ਦੇਖੀ ਜਾਓ. ਮੈਂਡੀ ਤੱਖਰ ਤੋਂ ਇਲਾਵਾ ਇੰਡਸਟਰੀ ਦੇ ਵਿੱਚ ਤੁਹਾਡਾ ਕੋਈ ਇਦਾਂ ਦਾ ਫਰੈਂਡ ਜਿਹਦੇ ਨਾਲ ਤੁਸੀਂ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਹੋ? ਮੇਰਾ ਇੱਕ ਬਹੁਤ ਹੀ ਖਾਸ ਦੋਸਤ ਹੈ ਜੋ ਮੈਂ ਮੈਂਡੀ ਨੂੰ ਪਹਿਲਾਂ ਮਿਲੀ ਸੀ ਸ਼ਾਇਦ ਉਹਦੇ ਤੋਂ, ਬਟ ਮੈਂਡੀ ਤੇ ਮੇਰੀ ਦੋਸਤੀ ਥੋੜ੍ਹੇ ਟਾਈਮ ਬਾਅਦ ਹੋਈ ਕਿ ਜਿਹੜੀ ਸਾਡੀ ਤਗੜੀ ਦੋਸਤੀ ਹੋਈ ਵੈਨ ਆਈ ਮੂਵ ਟੂ ਬੰਬੇ. ਮਿਲੀ ਮੈਂ ਉਹਨਾਂ ਨੂੰ ਤੂੰ ਮੇਰਾ ਮੈਂ ਤੇਰਾ ਬਾਈ 'ਚ ਸੀਗੀ, ਬਟ ਉਸ ਤੋਂ ਬਾਅਦ ਮੈਂ ਫਿਲਮ ਕੀਤੀ ਸੀ ਇਸ਼ਕ ਬਰਾਂਦੀ, ਤੂੰ ਮੇਰਾ ਮੈਂ ਤੇਰੇ ਤੋਂ ਬਾਅਦ. ਸੋ ਉਸ ਫਿਲਮ ਦੇ ਰਾਈਟਰ ਸੀਗੇ ਰੁਪਿੰਦਰ ਇੰਦਰ ਜੀ, ਜੋ ਮੇਰੇ ਉਸੇ ਵਕਤ ਤੋਂ ਬੜੇ ਖਾਸ ਦੋਸਤ ਬਣ ਗਏ. ਅਤੇ ਉਹ ਹੁਣ ਮੇਰੇ ਮਤਲਬ ਹੀ ਇਜ਼ ਵਨ ਪਰਸਨ ਜਿਹਦੇ ਨਾਲ ਮੈਂ ਆਪਣੀ ਦਿਲ ਦੀ ਗੱਲ ਕਰ ਲੈਂਦੀ ਹਾਂ, ਔਰ ਬਹੁਤ ਅੱਛਾ ਇਨਸਾਨ ਹੈ. ਰੁਪਿੰਦਰ ਇੰਦਰ ਜੀ ਦੇ ਨਾਲ ਸੁਰਖੀ ਬਿੰਦੀ ਲਿਖੀ ਹੈ, ਉਹਨਾਂ ਦੀ ਨਵੀਂ ਹੁਣ ਐਜ਼ ਅ ਡੈਬਿਊਟੈਂਟ ਡਾਇਰੈਕਟਰ ਵੀ ਆ ਰਹੇ ਨੇ. ਹਾਈ, ਸੋ ਹੈਪੀ ਫੋਰ ਹਿਮ. ਬਟ ਯਾ ਹੀ ਇਜ਼ ਵਨ ਪਰਸਨ ਦੈਟ ਮੇਰਾ ਪਿਆਰ ਹੀ ਬਹੁਤ ਹੈ ਉਹਦੇ ਨਾਲ. ਜੇਕਰ ਲਾਕਡਾਊਨ ਦੀ ਗੱਲ ਕਰੀਏ ਤਾਂ ਤੁਸੀਂ ਵੀ ਹੋਰਾਂ ਵਾਂਗ ਕੁਕਿੰਗ ਟਰਾਈ ਕੀਤੀ ਜਾਂ ਫਿਰ ਕੁਝ ਨਵਾਂ ਕੀਤਾ? ਕੁਕਿੰਗ ਤੇ ਨਹੀਂ ਹਾਂ, ਮੈਂ ਪੁਲਾਓ ਬਣਾਇਆ ਇੱਕ ਵਾਰੀ ਐਂਡ ਆਈ ਵਾਜ਼ ਕੁਆਇਟ ਹੈਪੀ ਅਬਾਊਟ ਇਟ. ਗੁੱਡ ਵਾਮਿਕਾ, ਵਧੀਆ ਕੀਤਾ ਹੈ. ਬਟ ਅਦਰਵਾਈਜ਼ ਮੈਨੂੰ ਕਿਚਨ 'ਚ ਕੰਮ ਕਰਨਾ ਪਤਾ ਨਹੀਂ, ਆਈ ਜਸਟ ਡੋਂਟ ਕਾਂਟ. ਐਂਡ ਮੈਂ ਆਪਣੇ ਸੋਸ਼ਲ ਮੀਡੀਆ ਨੂੰ ਲੈ ਕੇ ਕਾਫੀ ਚਿਲ ਸੀਗੀ, ਬਟ ਆਈ ਥਿੰਕ ਤੁਸੀਂ ਦੇਖਿਆ ਕਿ ਮੈਂ ਬਹੁਤ ਫੋਟੋਜ਼ ਕਲਿੱਕ ਕੀਤੀਆਂ. ਮੈਂ ਲੋਕਡਾਊਨ ਦੇ ਸਟਾਰਟਿੰਗ ਵਾਲੇ ਮਹੀਨੇ 'ਚ ਤੇ ਇੰਨੇ ਫੋਟੋ ਸ਼ੂਟ ਕੀਤੇ ਆਪਣੇ ਘਰੇ. ਸੋ ਮੈਂ ਆਪਣੀ ਕਿਤੇ ਤੇ ਜਾਣੀ ਸੀ ਨਾ ਉਹ ਕ੍ਰੀਏਟੀਵਿਟੀ. I had to invest in something. So I invested in my pictures and I think they came out pretty well. Then I watched a few web shows and वो सब किया. Then painting, sketching.
ਉਹ ਸਿੱਖ ਰਹੀ ਹਾਂ। ਸੋ ਮੇਰਾ ਇਹੋ ਜਿਹਾ ਰਿਹਾ ਬਟ ਮੇਰਾ ਬੜਾ ਹੀ ਸ਼ਾਂਤ ਲੋਕਡਾਊਨ ਰਿਹਾ, ਬਹੁਤ ਹੀ ਮੇਰੇ ਲਈ ਬੜਾ ਹੀ ਆਈ ਵੋਂਟ ਸੇ ਲਾਈਫ ਚੇਂਜਿੰਗ ਬਟ ਲਾਈਫ ਇੰਪਰੂਵਿੰਗ। ਵਾਮਿਕਾ, ਤੁਸੀਂ ਕਈ ਵਾਰੀ ਕਹਿ ਚੁੱਕੇ ਹੋ ਕਿ ਤੁਹਾਨੂੰ ਰੀਅਲ ਰਹਿਣਾ ਪਸੰਦ ਹੈ, ਪਰ ਕਦੇ ਤੁਸੀਂ ਸੋਸ਼ਲ ਮੀਡੀਆ ਤੇ ਫੇਕ ਆਈਡੀ ਬਣਾ ਕੇ ਕਿਸੇ ਦੋਸਤ ਦੇ ਨਾਲ ਪ੍ਰੈਂਕ ਕੀਤਾ ਹੈ? ਨਹੀਂ, ਫੇਕ ਆਈਡੀ ਇੱਦਾਂ ਦੇ ਨਹੀਂ, ਬਟ ਹਾਂ ਟੂ ਬੀ ਵੈਰੀ ਓਨੈਸਟ ਆਈ ਹੈਵ ਅ ਫੇਕ ਆਈਡੀ ਜਿਸ ਨਾਲ ਆਈ ਚੈੱਕ ਆਊਟ ਪੀਪਲਸ ਪ੍ਰੋਫਾਈਲਸ ਬਿਕॉज I don't want to check out their profiles from my verified profiles just so that they don't get a lot of importance. so मैं एक छोटी ਜਿਹੀ ਐਵੇਂ fake profile ਬਣਾਈ ਹੋਈ ਹੈ ਜਿਸ ਨਾਲ I just check my ex-boyfriends and their girlfriends, not industrially I am ਉਹਦੇ ਸਾਰਾ ਕੁਝ ਹੀ ਤੁਹਾਡੇ ਸਾਹਮਣੇ ਹੁੰਦਾ ਹੈ, ਉਹ my personal thing ਹੀ ਹੈ। ਵਾਮਿਕਾ ਦੀ ਕੀ ਚੋਇਸ ਹੈ, ਫਿਲਟਰਸ ਜਾਂ ਮੇਕਅਪ? Good skin, but otherwise I would choose filters because makeup karna and ye sab is just too much trouble yaar. I wish right now also I had some filter ki haan TV te aana hai thoda acha nyam, so I would have chosen a filter, but so instead of doing makeup and putting stuff on your face again and again, I would choose filters instead of that. ਤੁਹਾਡੀ ਫੋਟੋਆਂ ਤੇ ਮੀਮਸ ਵੀ ਬਣੇ, ਕਿੱਦਾਂ ਰਿਐਕਟ ਕਰਦੇ ਹੋ ਤੁਸੀਂ ਉਹਨਾਂ ਤੇ? I love it. Look, sense of humor ਹੋਣਾ ਬਹੁਤ important ਹੈ। offend ਹੋਣਾ ਤੇ ਬਹੁਤ easy ਹੈ, ਤੁਸੀਂ offend ਤੇ ਬਹੁਤ ਜਲਦੀ ਹੋ ਸਕਦੇ ਹੋ, but to have a sense of humor about things is a great thing. So I want to be like that. I don't want to be that person ਜਿਹੜੀ ਬੜੀ ਜਲਦੀ offend ਹੋ ਜਾਂਦੀ ਹੈ, ਬੜੀ ਜਲਦੀ ਗੁੱਸਾ ਹੋ ਜਾਂਦੀ ਹੈ। I don't want to be that ਹਾਈ ਕਿੰਨੀ negative ਜੀ life ਹੋਏਗੀ, if you get offend like this. So I want to be chill, and I enjoy those memes. ਜਦੋਂ ਮਜ਼ਾਕ ਦੀ ਗੱਲ ਆਉਂਦੀ ਹੈ, I am also a very insensitive person in my personal friends the group when it comes to ਮਜ਼ਾਕ, ਮਾਹੌਲ, ਇਹ ਉਹ ਮਖੌਲ ਵਗੈਰਾ. So I understand that people can ਤੁਹਾਡੀ insult ਕਰ ਸਕਦੇ ਹੈ in name of humor, and I am okay with that unless and until you are degrading someone. I mean, humor ਵਿੱਚ ਕਰਨਾ ਹੈ something completely different, but degrading or harassment ਜਾਂ ਇੱਦਾਂ ਦੇ ਕੁਝ ਚੀਜ਼ਾਂ ਕਰਨੀਆਂ, that I ਤੁਸੀਂ ਹਾਲ ਹੀ ਦੇ ਵਿੱਚ ਮੌਸਮਾ ਤੇ ਕਜਲਾ ਗਾਣੇ ਦੀ 뮤직 ਵੀਡੀਓਜ਼ ਕੀਤੀਆਂ। ਕੀ ਵੱਡਾ ਫਰਕ ਹੈ ਤੁਹਾਡੇ ਲਈ 뮤직 ਵੀਡੀਓਜ਼ ਤੇ ਫਿਲਮ ਦੇ ਸ਼ੂਟ ਵਿੱਚ, ਤੇ ਕਿਹਨੂੰ ਜ਼ਿਆਦਾ ਇੰਜੋਏ ਕਰਦੇ ਹੋ ਤੁਸੀਂ? I feel music video ਹੋਏ ਜਾਂ ਫਿਰ film ਹੋਏ, it all depends on the quality of your work. It all depends ਕਿ ਤੁਸੀਂ end ਵਿੱਚ actually ਉਹ music video ਕਿੱਦਾਂ ਦੀ ਬਣਾਉਂਦੇ ਹੋ ਜਾਂ film ਕਿੱਦਾਂ ਦੀ ਬਣਾਉਂਦੇ ਹੋ। ਸੋ ਤੁਹਾਨੂੰ ਵੈਸੇ ਵੀ ਨਹੀਂ ਪਤਾ ਹੁੰਦਾ before saying yes to any music video ਕਿ ਉਹ ਕਿਹੋ ਜਿਹੀ ਬਣੇਗੀ, ਕਿੱਦਾਂ ਦੀ ਚੱਲੇਗੀ। You have to trust the people and think that you make something nice. That's the same thing is with films also. So I think ਹੁਣ ਉਹ ਜ਼ਮਾਨਾ ਗਿਆ where you think that music videos ਕਰਾਂਗੇ ਤੇ films ਨਹੀਂ। For me, frankly speaking, for me it was all about playing a character. कि हाँ मौसमा with this girl, ਉਹਦੀ college life, and then 10 years later when she's a grown up woman and she works and she's an adult. So ਮੇਰੇ ਲਈ it was playing that character and the song was nice and I was working with my friends, so I was really happy. ਤੇ ਬਾਕੀ ਜਿਹੜੀ ਤਰਸੇਮ ਜਸਰ ਵਾਲੀ ਵੀਡੀਓ ਹੈ, same again, I like the concept, ਅਲੱਗ-ਅਲੱਗ 3 characters play ਕਰਨ ਨੂੰ ਮਿਲਣਗੇ, so I did it. ਇਸ ਸਟੇਟਮੈਂਟ ਬਾਰੇ ਤੁਹਾਡਾ ਕੀ ਵਿਚਾਰ ਹੈ? Controversy in a celebrity's life? How should I explain this? It's the same like कि it's very normal. कोई भी ਅਜੀਬ ਜੀ ਚੀਜ਼ਾਂ ਹੋਣੀਆਂ, ਕੁਝ ਕਿਵੇਂ ਦੱਸਾਂ ਕਿ ਕੰਟਰੋਵਰਸ਼ੀਅਲ ਹੋ ਜਾਣਾ, ਇਹ ਨਾਰਮਲ ਬੰਦੇ ਦੀ ਲਾਈਫ 'ਚ ਵੀ ਹੁੰਦਾ ਹੈ। ਹਰ ਇੱਕ ਬੰਦੇ ਦੀ ਲਾਈਫ ਦੇ ਵਿੱਚ ਕੁਝ ਨਾ ਕੁਝ ਇਹੋ ਜਿਹੀ ਪ੍ਰੋਬਲਮ ਆ ਜਾਂਦੀ ਹੈ। ਕੋਈ ਕਿਸੇ ਨੇ ਕੁਝ ਗਲਤ ਕਹਿਤਾ, ਕੋਈ ਰਿਸ਼ਤੇਦਾਰ ਨੇ ਕੁਝ ਕਹਿਤਾ, ਕਿਸੇ ਦੋਸਤ ਦੇ ਦੋਸਤ ਨੇ ਕੁਝ ਕਹਿਤਾ, ਜਾਂ ਉਹ ਤੁਹਾਡੇ ਆਫਿਸ ਜਿਹੜਾ ਕੰਮ ਕਰਦਾ ਉਹਨੇ ਕਹਿਤਾ। ਤੇ ਡਿਫਰੈਂਸ ਇਜ਼ ਓਨਲੀ ਦਿਸ ਦੈਟ in people who work in the business, in the entertainment business, ਉਹਨਾਂ ਦੀ ਗੱਲ ਉਛਾਲੀ ਜਾਂਦੀ ਹੈ। Everybody wants to know ਕਿ ਕੀ ਹੋਇਆ, because everybody is connected to that person through social media or through the songs, through films. So ਸਾਰਿਆਂ ਨੂੰ ਇੰਟਰਸਟ ਹੁੰਦਾ ਹੈ ਕਿ ਕੀ ਹੋ ਗਿਆ। ਅਦਰਵਾਈਜ਼ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਕਿਸੇ ਸੈਲੀਬ੍ਰਿਟੀ ਦੀ ਲਾਈਫ 'ਚ ਕੋਈ ਪ੍ਰੋਬਲਮ ਹੀ ਨਹੀਂ ਆਉਣੀ ਚਾਹੀਦੀ। ਲੱਗਦਾ ਹੋ ਸਕਦਾ ਹੈ, ਕਿਉਂ ਨਹੀਂ ਹੋ ਸਕਦਾ ਹੈ।
ਸਾਰਿਆਂ ਦੀ ਲਾਈਫ 'ਚ ਹੁੰਦਾ। ਆਈ ਐਮ ਸ਼ੋਰ ਕਿੰਨੇ ਤੁਸੀਂ ਉੱਦਾਂ ਹੀ ਸੁਣਦੇ ਹੋ ਕਿ ਯੂ نو ਕਿਸੇ ਦੇ ਰਿਸ਼ਤੇਦਾਰਾਂ ਨੇ ਕੁਝ ਕਹਿਤਾ, ਉਹ ਕੋਟ ਉੱਠ ਕੇ ਆ ਗਏ, ਇਹਨਾਂ ਨੇ ਇੱਦਾਂ ਬੋਲਿਆ ਉੱਦਾਂ ਬੋਲਿਆ। ਤਾਂ ਉਹੀ ਅਗਰ ਉਹ ਥੋੜ੍ਹਾ ਬਹੁਤ ਉਹਨੇ ਇੱਕ ਅੱਧੇ ਬੰਦੇ ਨੇ ਉਹਦੀ ਫੈਮਿਲੀ ਵਿੱਚੋਂ ਕੋਈ ਫੇਮਸ ਹੋਏ, ਉਹ ਤੁਹਾਨੂੰ ਸਾਰਿਆਂ ਨੂੰ ਵੀ ਪਤਾ ਹੋਏਗਾ। ਉਹ ਤਾਂ ਮੀਡੀਆ ਇੱਦਾਂ ਉਛਾਲ ਦੇਗਾ ਉਸ ਗੱਲ ਨੂੰ, ਜਾਂ ਪੇਜਸ ਵਾਲੇ ਜਾਂ ਸੋਸ਼ਲ ਮੀਡੀਆ ਵਾਲੇ ਯੂ نو ਦਿਲ ਮੇਕ ਇਟ ਫੇਮਸ ਲਾਈਕ ਦੈਟ, ਬਟ ਨਹੀਂ ਹੁੰਦਾ ਹੈ ਬਿਕੋਜ਼ ਨੋਰਮਲ ਪੀਪਲ। ਸੋ ਆਈ ਥਿੰਕ ਇਹੀ ਡਿਫਰੈਂਸ ਹੈ, ਅਦਰਵਾਈਜ਼ ਇਟਸ ਅ ਵੈਰੀ ਵੈਰੀ ਨੋਰਮਲ ਥਿੰਗ, ਵੈਰੀ ਨੋਰਮਲ ਥਿੰਗ। ਵਾਮਿਕਾ, ਤੁਹਾਡੇ ਨਿਕਨੇਮਸ ਕੀ ਨੇ? Yeah, my friends call me, actually not all of them, I'll tell you ਮੈਨੂੰ ਕੀ ਬੁਲਾਇਆ ਜਾਂਦਾ ਹੈ। Vams, Wami, Gabby is something that I like. ਤੁਸੀਂ ਕਦੇ ਕਿਸੇ ਦਾ ਦਿਲ ਤੋੜਿਆ ਹੈ ਜਾਂ ਕਿਸੇ ਨੇ ਤੁਹਾਡਾ ਦਿਲ ਤੋੜਿਆ ਹੋਵੇ? ਮੈਂ ਦੱਸਿਆ ਸੀ ਕਿ ਮੇਰਾ ਦਿਲ, ਯਾਰ ਕਿਹਦਾ ਦਿਲ ਨਹੀਂ ਟੁੱਟਦਾ, ਸਾਰਿਆਂ ਦੇ ਕਦੇ ਨਾ ਕਦੇ ਦਿਲ ਟੁੱਟਦਾ ਹੀ ਹੈ। ਤੁਸੀਂ ਮੈਨੂੰ ਆਪ ਪੁੱਛੋ ਕਿ ਮੈਂ ਕਿਸੇ ਦਾ ਦਿਲ ਤੋੜਿਆ ਕਿ ਨਹੀਂ? हाँ तोड़िया है बट इट वाज years back, बट हाँ दिल में जरूर एक बार तोड़िया, बट अगर एक बार तोड़न तो बाद मैंने समझ आ गया सीगा कि दिल तोड़ना कितनी पेनफुल चीज़ होंदी है, क्योंकि जो अपने नाल बीती दैन आई रिमेंबर आई अपोलोजाइज टू दैट गाय। जो अगली मतलब जो पहली बार मेरा दिल टुटिया दैन आई अंडरस्टूड कि मैं भी किसी का दिल तोड़िया सीगा। तो फिर उस वक्त आई रिमेंबर दैट आई कॉल्ड अप दैट गाय एंड आई अपोलोजाइज दैट यू नो नाउ आई अंडरस्टैंड योर पेन। और उस तो बाद मैं ट्राई कर रही हूँ कि मैं किसी दिल ना तोड़ा। ਤੁਸੀਂ ਪੰਜਾਬੀ ਤੇ ਸਾਊਥ ਇੰਡੀਅਨ ਦੋਵੇਂ ਫਿਲਮ ਇੰਡਸਟਰੀ ਦੇ ਵਿੱਚ ਕੰਮ ਕੀਤਾ ਹੈ। ਦੋਨਾਂ ਇੰਡਸਟਰੀਆਂ ਦੇ ਵਿੱਚ ਉਹ ਕਿਹੜੇ ਮੇਜਰ ਡਿਫਰੈਂਸਸ ਨੇ ਜਿਹਦਾ ਤੁਸੀਂ ਫੀਲ ਕਰਦੇ ਹੋ? ਸੋ ਮੈਂ ਦੋਨੋਂ ਇੰਡਸਟਰੀਜ਼ 'ਚ ਕੰਮ ਕੀਤਾ ਹੈ ਐਂਡ ਮੈਨੂੰ ਸਾਊਥ ਇੰਡਸਟਰੀ 'ਚ ਕੰਮ ਕਰਕੇ ਬਹੁਤ ਮਜ਼ਾ ਆਇਆ। ਪੰਜਾਬੀ ਤੇ ਮੇਰੀ ਹੈ ਨਾ, ਇਟਸ ਆਈ ਫੀਲ ਲਾਈਕ ਕਿ ਬਿਕੋਜ਼ ਮੈਨੂੰ ਪੰਜਾਬੀ ਆਉਂਦੀ ਹੈ, ਸਾਊਥ 'ਚ ਮੈਨੂੰ ਲੈਂਗੁਏਜ ਵੀ ਨਹੀਂ ਆਉਂਦੀ ਆ। ਪੰਜਾਬੀ ਸਾਰੇ ਆਪਣੇ ਆਪਣੇ ਲੱਗਦੇ ਹੈ ਕਿ ਹੈ ਨਾ ਸੇਮ ਲੈਂਗੁਏਜ, ਉੱਥੇ ਤੇ ਲੈਂਗੁਏਜ ਵੀ ਸੇਮ ਨਹੀਂ ਹੈ, ਪਰ ਮੈਨੂੰ ਉੱਥੇ ਕੰਮ ਕਰਕੇ ਬਹੁਤ ਅੱਛਾ ਲੱਗੇ। ਜਿੰਨੀ ਇੱਜ਼ਤ और जिन्ना मैं सीखा है फिल्म च काम करके अपने काम बारे साउथ इंडस्ट्री, उन्ना मैं पंजाब च नहीं सीखी। पंजाब च मैं होर चीज़ां सीखियां फिल्म करके, आर्टिस्टिकली एज एन आर्टिस्ट मैं पता नहीं कितना सीखा नहीं, बट होर चीज़ां जरूर सीखियां पंजाब च काम करके। बिकॉज कोई मन्ने ना मन्ने देयर इज़ अ ह्यूज डिफरेंस इन पे। फर्स्ट ऑफ ऑल ਕੁੜੀਆਂ ਤੇ ਐਕਟ੍ਰੈਸਿਸ ਤੇ ਐਕਟਰਸ ਨੂੰ ਲੈ ਕੇ ਪੇ ਬਹੁਤ ਹਿਊਜ ਗੈਪ ਹੈ ਪੰਜਾਬ ਦੇ ਵਿੱਚ ਸਪੈਸ਼ਲੀ। ਹਾਂ ਆਈ ਅੰਡਰਸਟੈਂਡ ਆਲ ਓਵਰ ਦ ਵਰਲਡ ਪੇ ਗੈਪ ਹੈਗਾ, ਉਹ ਮੈਂ ਸਮਝਦੀ ਹਾਂ, ਪਰ ਆਪਣੇ ਪੰਜਾਬ ਵਿੱਚ ਜ਼ਿਆਦਾ ਹੈ। ਐਂਡ ਆਈ ਡੋਂਟ ਨੋ ਵਾਈ ਐਕਟ੍ਰੈਸਿਸ ਡੋਂਟ ਟਾਕ ਅਬਾਊਟ ਇਟ ਅ ਲੋਟ, ਬਟ ਇਟ ਇਜ਼ ਦ ਟਰੂਥ, ਯੂ ਨੋ ਇਹ ਸੱਚਾਈ ਹੈਗੀ ਹੈ ਦੈਟ ਦੇयर ਇਜ਼ ਅ ਹਿਊਜ ਪੇ ਗੈਪ। ਰੋਲਸ ਦੇ ਹਿਸਾਬ ਨਾਲ ਜਿਹੜੀਆਂ ਮੈਂ ਫਿਲਮਸ ਕੀਤੀਆਂ ਸਾਊਥ ਦੇ ਵਿੱਚ, I've had great roles in those films। मतलब मेरी पहली फिल्म या मेरी दूसरी फिल्म उस दे हिसाब नाल मेरा कोई उत्थे अपना नहीं सीगा, या मेरा कोई रिलेशन नहीं किसी नाल सीगे की कहते हैं इंडस्ट्री दे नाल, या मेरा कोई जान पहचान दा होवे या whatever। They just trusted me on the basis of my talent, on the basis of my talent, on the basis of मैं कितना काम कर रही हाँ और किहो जा काम कर रही हाँ, सिर्फ उस बेसिस पे मैंने इन्ने अच्छे रोल्स मिले हैं। एंड ਉਹੀ ਪੰਜਾਬ ਦੇ ਵਿੱਚ ਮੈਨੂੰ बहुत टाइम लग गया to actually get a good role, otherwise I was just a supporting actor। They termed us as actresses or as the heroines, but ਆਪਾਂ ਸੀਗੇ ਨਹੀਂ ਐਕਚੁਅਲੀ। ਇਹਦੇ ਹੁਣ ਜਾ ਕੇ ਤੁਸੀਂ ਫੈਮਿਨਿਜ਼ਮ ਦੇ ਤੁਸੀਂ ਕਹਿੰਦੇ ਹੋ ਕਿ ਹਾਂਜੀ ਹੁਣ ਫੀਮੇਲ ਓਰੀਐਂਟਡ ਫਿਲਮਸ ਬਣ ਰਹੀਆਂ, ਬਟ ਆਈ ਟੈਲ ਯੂ ਸਮਥਿੰਗ, ਮੈਨੂੰ ਹੁਣ ਵੀ ਜਿਹੜੀ ਪੰਜਾਬੀ ਇੰਡਸਟਰੀ ਤੋਂ ਫਿਲਮ ਆਫਰਸ ਆਉਂਦੀਆਂ ਫॉर ਫੀਮੇਲ ਓਰੀਐਂਟਡ ਫਿਲਮਸ, ਉਹ ਮੈਨੂੰ ਇਹ ਕਹਿ ਕੇ ਪੈਸੇ ਘੱਟ ਦੇਣ ਨੂੰ ਕਹਿੰਦੇ ਕਿ ਦੇਖੋ ਜੀ ਫਿਲਮ 'ਚ ਫੀਮੇਲ ਓਰੀਐਂਟਡ ਫਿਲਮ ਹੈ, ਸੋ ਦੈਟ ਮੀਨਸ ਤੁਸੀਂ ਪੈਸੇ ਘੱਟ ਲਓ। ਮੈਨੂੰ ਲੱਗਦਾ ਕਿ ਇਟ ਨੀਡਸ ਟੂ ਚੇਂਜ। ਆਈ ਫੀਲ ਵੀ ਪੰਜਾਬੀਜ਼ ਆਰ ਬੈਟਰ ਦੈਨ ਦਿਸ। ਸਾਡੇ ਪੰਜਾਬੀ ਕਲਚਰ ਇੰਨਾ ਰਿਚ ਹੈ, ਸਾਡਾ ਪੰਜਾਬੀ ਲਿਟਰੇਚਰ ਇੰਨਾ ਰਿਚ ਹੈ, ਐਂਡ ਜਿੰਨੀ ਇੱਜ਼ਤ ਪੰਜਾਬ 'ਚ ਕੁੜੀਆਂ ਨੂੰ ਦਿੱਤੀ ਜਾਂਦੀ ਹੈ ਉਨੀ ਹੀ ਇੰਡਸਟਰੀ ਵਿੱਚ ਵੀ ਹੋਣੀ ਚਾਹੀਦੀ ਹੈ। ਯੂ ਨੋ ਚਾਹੇ ਉਹ ਪੈਸਿਆਂ ਦੇ ਤੌਰ 'ਤੇ ਹੋਵੇ, ਚਾਹੇ ਉਹ ਇੱਜ਼ਤ ਦੇ ਤੌਰ 'ਤੇ ਹੋਵੇ, ਚਾਹੇ ਉਹ ਰੋਲ ਦੇ ਤੌਰ 'ਤੇ ਹੋਵੇ, ਭਰੋਸਾ ਕਰਨਾ ਬਹੁਤ ਜ਼ਰੂਰੀ ਹੈ। ਅਗਰ ਮੇਰੇ
ਅਗਰ ਮੇਰੇ ਡੈਡ ਨੇ ਮੇਰੇ ਤੇ ਭਰੋਸਾ ਕੀਤਾ, ਦੈਟ ਇਜ਼ ਦ ਰੀਜ਼ਨ ਕਿ ਮੈਂ ਅੱਛਾ ਕੰਮ ਕਰ ਸਕਦੀ ਹਾਂ। ਅਗਰ ਇੰਡਸਟਰੀ ਭਰੋਸਾ ਕਰੇਗੀ ਤਾਂ ਹੀ ਆਪਾਂ ਅੱਗੇ ਵੱਧ ਸਕਾਂਗੇ। ਤੁਸੀਂ ਫੀਮੇਲ ਓਰੀਐਂਟਡ ਫਿਲਮਸ ਬਣਾ ਕੇ ਨਹੀਂ ਕੁੜੀਆਂ ਨੂੰ ਅੱਗੇ ਕਰ ਸਕਦੇ, ਤੁਹਾਨੂੰ ਸਾਰੇ ਪੱਖੋਂ ਕੁੜੀਆਂ ਨੂੰ ਅੱਗੇ ਵਧਾਉਣ ਲਈ ਕੋਸ਼ਿਸ਼ ਕਰਨੀ ਪਏਗੀ। ਸੋ ਮੈਨੂੰ ਲੱਗਦਾ ਕਿ ਇਟਸ ਵੈਰੀ ਵੈਰੀ ਇੰਪੋਰਟੈਂਟ। ਆਈ ਡੋਂਟ ਨੋ ਕਦੋਂ ਹੋਏਗਾ ਇਹ ਸਾਡੀ ਇੰਡਸਟਰੀ ਦੇ ਵਿੱਚ, ਪਰ ਜਿਹੜੇ ਕੁਝ ਅੱਛੇ ਮਰਦ ਹੈਗੇ ਸਾਡੀ ਇੰਡਸਟਰੀ ਦੇ, ਆਈ ਥਿੰਕ ਦੇ ਨੀਡ ਟੂ ਸਟੈਂਡ ਅਪ ਫॉर women now। ਸੋ ਸਿਰਫ ਫੀਮੇਲ ਓਰੀਐਂਟਡ ਫਿਲਮਸ ਪ੍ਰੋਡਿਊਸ ਕਰਨਾ ਜਾਂ ਡਾਇਰੈਕਟ ਕਰਨਾ ਜਾਂ ਐਕਟ ਕਰਨਾ, ਇਟਸ ਨਾਟ ਇਨਫ। ਯੂ ਨੀਡ ਟੂ ਸਟੈਂਡ ਅਪ ਫॉर women now। ਤੁਸੀਂ ਇੱਕ ਇੰਸਟਾ ਪੋਸਟ ਥੱਲੇ ਕੈਪਸ਼ਨ ਪਾਈ ਸੀ, ਜ਼ਰੂਰੀ ਨਹੀਂ ਜ਼ਿੰਦਗੀ ਪਲਾਨਡ ਹੋਵੇ। ਕੋਈ ਇਦਾਂ ਦਾ ਇਨਸੀਡੈਂਟ ਜਦੋਂ ਤੁਹਾਡੇ ਨਾਲ ਇੱਕ ਅਨਪਲਾਨਡ ਚੀਜ਼ ਬਹੁਤ ਵਧੀਆ ਨਿਕਲ ਕੇ ਆਈ ਹੋਵੇ? Can I give you a very recent example? ਮੈਂ ਬਹੁਤ ਅਨਪਲੈਨਡ ਕਰਕੇ ਪੰਜਾਬ ਆਈ ਸੀਗੀ ਬਿਫੋਰ ਦ ਲੋਕਡਾਊਨ। ਮੈਂ ਸਿਰਫ 2 ਦਿਨਾਂ ਲਈ ਆਈ ਸੀਗੀ ਐਂਡ ਰਾਤ ਨੂੰ 2 ਵਜੇ ਟਿਕਟਸ ਬੁੱਕ ਹੋਈਆਂ ਸੀ ਕਿ ਸਵੇਰੇ ਜਾਣਾ। ਸਵੇਰੇ 7 ਵਜੇ ਫਲਾਈਟ ਸੀਗੀ। ਰੈਂਡਮ ਪਲਾਨ ਕਿ ਬਿਕਾਜ਼ ਮੇਰੀ ਘਰ ਦੀ ਕੰਸਟਰਕਸ਼ਨ ਹੋ ਰਹੀ ਹੈ, ਸੋ ਆਈ ਵਾਜ਼ ਲਾਈਕ ਬਸ ਚੱਲਦੇ। ਇੱਦਾਂ ਰੈਂਡਮਲੀ ਪਲਾਨ ਬਣਿਆ ਐਂਡ ਮੈਂ ਇੱਥੇ ਆ ਕੇ ਲੋਕਡਾਊਨ ਹੈਪਨਡ ਐਂਡ ਮੈਂ ਇੰਨੀ ਖੁਸ਼ ਹਾਂ ਕਿ ਮੈਂ ਬਾਈ ਚਾਂਸ ਹੀ ਪੰਜਾਬ ਆ ਗਈ ਬਿਫੋਰ ਦ ਲੋਕਡਾਊਨ। ਐਂਡ ਮੈਂ ਬਹੁਤ ਮਤਲਬ ਦੈਟ ਇਜ਼ ਵਨ ਥਿੰਗ ਜੋ ਮੈਂ ਸੋਚਦੀ ਹਾਂ ਕਿ ਦੇਖੋ ਪਲਾਨ ਕਰਕੇ ਕੁਝ ਕੀਤਾ ਹੁੰਦਾ ਜਾਂ ਪਲਾਨਿੰਗ ਨਾਲ ਕੁਝ ਕੀਤਾ ਹੁੰਦਾ, ਹੋ ਸਕਦਾ ਕਿ ਮੈਂ ਬੰਬੇ ਸਟਕ ਰਹਿੰਦੀ, ਯੂ ਨੋ, ਉਹ ਛੋਟੇ ਜਿਹੇ ਫਲੈਟ ਦੇ ਵਿੱਚ। ਇੱਥੇ ਮੈਂ ਆਪਣੇ ਘਰ, ਮੇਰੇ ਕੋਲ ਏਡਾ ਵੱਡਾ ਲੋਨ ਹੈਗਾ, ਮੈਂ ਆਪਣੇ ਕਿੰਨਾ ਕੁਝ ਕਰ ਰਹੀ ਹਾਂ ਮੈਂ, ਯੂ ਨੋ। ਸੋ ਆਈ ਐਮ ਵੈਰੀ ਹੈਪੀ। ਮਤਲਬ ਸੋ ਮੈਨੂੰ ਇਹੀ ਲੱਗਦਾ ਕਿ ਜ਼ਿੰਦਗੀ 'ਚ ਸਾਰਾ ਕੁਝ ਪਲਾਨ ਨਹੀਂ ਕਰਨਾ ਚਾਹੀਦਾ। ਵਾਮਿਕਾ, ਕੋਈ ਇਦਾਂ ਦੀ ਚੀਜ਼ ਜਿਹਨੂੰ ਸੁਣਦੇ ਹੀ ਤੁਹਾਨੂੰ ਗੁੱਸਾ ਆ ਜਾਂਦਾ ਹੈ, ਜਾਂ ਕੋਈ ਇਦਾਂ ਦੀ ਚੀਜ਼ ਜਿਹਨੂੰ ਵੇਖ ਕੇ ਤੁਸੀਂ ਇੱਕਦਮ ਸ਼ਾਂਤ ਹੋ ਜਾਂਦੇ ਹੋ? ਸੋ ਮੈਨੂੰ ਨਾ ਲਾਈਕ ਐਵਰੀ ਅਦਰ ਹਿਊਮਨ ਬੀਇੰਗ, ਮੈਨੂੰ ਵੀ ਬਹੁਤ ਜਲਦੀ ਗੁੱਸਾ ਆ ਜਾਂਦਾ ਸੀ ਕਿਸੇ ਗੱਲ 'ਤੇ। ਜਦੋਂ ਮੈਨੂੰ ਲੱਗੇ ਕਿ ਤੁਸੀਂ ਕੋਈ ਗੱਲ ਕੀ ਔਰ ਕਿਸੇ ਨੂੰ ਕੋਈ ਗੱਲ, ਉਹ ਗੱਲ ਸਮਝ ਨਹੀਂ ਆਈ, ਉਹਨੇ ਕੁਝ ਹੋਰ ਹੀ ਸਮਝ ਲਿਆ ਐਂਡ ਉਹ ਫਿਰ ਉਸ ਚੀਜ਼ 'ਤੇ ਬੋਲਣ ਲੱਗ ਗਿਆ, ਨਹੀਂ ਉਹ ਲਾਈਕ ਓ ਮਾਈ ਗॉड ਕੀ ਬੋਲੀ ਜਾ, ਯੂ ਨੋ, ਤੁਹਾਨੂੰ ਇੱਕਦਮ ਗੁੱਸਾ ਆਉਂਦਾ, ਦੈਟ ਸਡਨਲੀ ਟ੍ਰਿਗਰ ਹੁੰਦਾ। ਮੈਨੂੰ ਲੱਗਦਾ ਉਹ ਸਭ ਤੋਂ ਵੱਡੀ ਕਮਜ਼ੋਰੀ ਹੈ ਇੱਕ ਇਨਸਾਨ ਦੀ, ਜਿਹੜਾ ਗੁੱਸਾ ਇੱਕਦਮ ਟ੍ਰਿਗਰ ਹੋਣਾ। ਬਹੁਤ ਸਾਰੇ ਲੋਕੀ ਡੋਮੈਸਟਿਕ ਵਾਇਲੈਂਸ ਜਾਂ ਕਿਸੇ ਵੀ ਤਰੀਕੇ ਦੇ ਵਾਇਲੈਂਸ ਨੂੰ ਬਹੁਤ ਈਜ਼ੀਲੀ ਕਹਿ ਦਿੰਦੇ ਕਿ ਮੈਂ ਸ਼ਾਰਟ ਟੈਂਪਰ ਹਾਂ। ਮੈਨੂੰ ਲੱਗਦਾ ਕਿ ਇਟਸ ਅ ਵੈਰੀ ਸਟੂਪਿਡ ਐਕਸਕਿਊਜ਼ ਟੂ ਗਿਵ ਕਿ ਮੈਂ ਸ਼ਾਰਟ ਟੈਂਪਰ ਹਾਂ। ਨਹੀਂ, ਵਰਕ ਔਨ ਯੋਰ ਸੈਲਫ। ਆਪਣੇ ਸ਼ਾਰਟ ਟੈਂਪਰ ਨੂੰ ਲੌਂਗ ਟੈਂਪਰ ਕਰੋ ਸੋ ਦੈਟ ਤੁਹਾਡੇ ਸ਼ਾਰਟ ਟੈਂਪਰ ਕਰਕੇ ਕਿਸੇ ਹੋਰ ਦਾ ਨੁਕਸਾਨ ਨਾ ਹੋਏ। ਬਟ ਮਾਈ ਡੌਗਸ ਆਰ ਸ਼ਾਰਟ ਟੈਂਪਰ। ਨਹੀਂ, ਆਈ ਐਮ ਜਸਟ ਕਿਡਿੰਗ। ਸੋ ਮੈਨੂੰ ਤਾਂ ਲੱਗਦਾ ਕਿ ਬਹੁਤ ਜ਼ਰੂਰੀ ਹੈ ਟੂ ਟੇਕ ਕੇਅਰ ਆਫ ਯੋਰ ਥਾਟਸ। ਤੁਹਾਡੇ ਇਮੋਸ਼ਨਸ ਤੁਹਾਨੂੰ ਕੰਟਰੋਲ ਨਹੀਂ ਕਰਨੇ ਚਾਹੀਦੇ, ਤੁਸੀਂ ਆਪਣੇ ਇਮੋਸ਼ਨਸ ਨੂੰ ਕੰਟਰੋਲ ਕਰਨ ਲਾਇਕ ਹੋਣੇ ਚਾਹੀਦੇ ਹੋ। ਸੋ ਆਈ ਫੀਲ ਕਿ ਮੈਨੂੰ ਨਾ ਜਿੰਨੀ ਵਾਰ ਵੀ, ਇੱਕ ਤਾਂ ਮੈਨੂੰ ਬਹੁਤ ਅਜੀਬ ਲੱਗਦਾ ਜਦੋਂ ਕੋਈ ਕਿਸੇ ਦਾ ਫਾਇਦਾ ਚੱਕਦਾ, ਜਦੋਂ ਤੁਸੀਂ ਜਾਣ ਬੁੱਝ ਕੇ ਕਿਸੇ ਦਾ ਬੇਵਕੂਫ ਬਣਾਉਂਦੇ ਹੋ ਨਾ, ਆਈ ਫੀਲ ਦੈਟ ਇਜ਼ ਦੀ ਵਰਸਟ ਥਿੰਗ। ਸੋ ਮੈਨੂੰ ਲੱਗਦਾ ਕਿ ਮੈਂ ਉਹਦੇ ਨਾਲ ਵੀ ਡੀਲ ਕਰਨਾ ਸਿੱਖ ਲਿਆ ਹੁਣ ਕਿ ਜਿਵੇਂ ਆਈ ਟੈਲ ਯੂ ਥੋੜ੍ਹੇ ਦਿਨ ਪਹਿਲਾਂ ਦੀ ਗੱਲ ਹੈ ਕਿ ਆਈ ਵਾਜ਼ ਜਸਟ ਟਾਕਿੰਗ ਟੂ ਮਾਈ ਮਦਰ। ਮੈਂ ਮੰਮੀ ਨਾਲ ਗੱਲ ਕਰਦੀ ਸੀਗੀ ਅਤੇ ਗੱਲ ਕਰਦੇ ਕਰਦੇ ਨਾ ਕੁਛ ਇਹਨਾਂ ਨੇ ਇੱਦਾਂ ਕਿਹਾ ਜੋ ਮੈਨੂੰ ਬਹੁਤ ਬੁਰਾ ਲੱਗਿਆ ਐਂਡ ਮੈਨੂੰ ਮੈਂ ਨਾ ਇੱਕਦਮ ਮੈਂ ਕਿਹਾ ਮੈਂ ਗੱਲ ਨਹੀਂ ਕਰਨੀ, ਮੈਂ ਫੋਨ ਕੱਟਤਾ ਵਿਦਿਨ 5 seconds। ਜਿੱਦਾਂ ਮੈਂ ਫੋਨ ਕੱਟਿਆ ਮੈਨੂੰ ਨਾ ਅਜੀਬ ਜਿਹਾ ਲੱਗਿਆ ਐਂਡ ਆਈ ਵਾਜ਼ ਲਾਈਕ ਆਈ ਥਿੰਕ ਮੈਨੂੰ ਅਲੱਗ ਤਰੀਕੇ ਨਾਲ ਹੈਂਡਲ ਕਰ ਸਕਦੀ ਹਾਂ ਐਂਡ ਆਈ ਸਵੇਅਰ ਮੈਂ ਵਿਦਿਨ 5 seconds ਕਾਲ ਬੈਕ ਕੀਤਾ ਐਂਡ ਮੈਂ ਸੇਮ ਗੱਲ ਜੋ ਮੈਂ ਗੱਲ ਕਰਨੀ ਸੀਗੀ ਉਹਨੂੰ ਮੈਂ ਇੰਨੇ ਕਾਮ ਤਰੀਕੇ ਨਾਲ ਸਮਝਾਇਆ ਔਰ ਮੈਂ ਇੰਨੀ ਖੁਸ਼ ਸੀਗੀ ਕਿ ਮੈਂ ਇਹ ਕਰ ਪਾਈ, ਯੂ ਨੋ, ਕਿ ਕਿਉਂਕਿ ਤੁਸੀਂ ਸਭ ਤੋਂ ਜ਼ਿਆਦਾ ਨਾ ਐਵੇਂ ਹੀ ਆਪਣੇ ਫੈਮਿਲੀ ਨੂੰ ਲੈ ਸਕਦੇ ਹੋ ਕਿ ਜਿਹਦੇ ਨਾਲ ਲੜ ਵੀ ਲਓ, ਸ਼ਾਰਟ ਟੈਂਪਰ ਵੀ ਹੋ ਜਾਓ। ਸੋ ਮੈਨੂੰ ਲੱਗਿਆ ਦੈਟ ਇਟਸ ਵੈਰੀ ਇੰਪੋਰਟੈਂਟ ਟੂ ਸਟਾਰਟ ਵਿਦ ਯੋਰ ਫੈਮਿਲੀ ਓਨਲੀ, ਕਿਉਂਕਿ ਫੈਮਿਲੀ ਨਾਲ, ਮੰਮੀ ਨਾਲ, ਡੈਡੀ ਨਾਲ ਜਾਂ ਆਪਣੇ ਭੈਣ ਭਰਾਵਾਂ ਸਭ ਤੋਂ ਜਲਦੀ ਸ਼ਾਰਟ ਟੈਂਪਰ ਹੋ ਸਕਦੇ ਹੋ, ਇੱਕਦਮ ਗੁੱਸਾ ਕਰ ਸਕਦੇ ਹੋ, ਯੂ ਨੋ, ਬਿਕਾਜ਼ ਮੂਡ ਆਫ ਹੈ, ਇਹਨਾਂ 'ਤੇ ਕੱਢ ਦਿਓ। ਮੈਨੂੰ ਲੱਗਦਾ ਉੱਥੇ ਅਗਰ ਤੁਸੀਂ ਕੰਟਰੋਲ ਕਰਨਾ ਸ਼ੁਰੂ ਕਰਤਾ, ਬਾਕੀ ਤੁਸੀਂ ਆਰਾਮ ਨਾਲ ਕੰਟਰੋਲ ਕਰ ਸਕਦੇ ਹੋ। ਸੋ ਮੈਂ ਇਹ ਬਹੁਤ ਟਾਈਮ ਤੋਂ ਪ੍ਰੈਕਟਿਸ ਕਰੀ ਸੀ ਐਂਡ ਹੌਲੀ ਹੌਲੀ ਮੈਨੂੰ ਲੱਗਦਾ ਕਿ ਮੈਂ ਅਚੀਵ ਕਰ ਰਹੀ ਹਾਂ ਉਹ ਚੀਜ਼। ਸੋ ਯਾ ਇੱਕਦਮ ਮੈਨੂੰ ਪਤਾ ਹੈ ਆਈ ਟੈਲ ਯੂ, ਮੈਂ ਨਾ ਨੈਗੇਟਿਵ ਫੀਲਿੰਗ ਤੋਂ ਹੁਣ ਮੈਂ ਇੱਦਾਂ ਕਰਦੀ ਕਿ ਮੈਂ ਇਹ ਕਿਉਂ ਮੈਨੂੰ ਕਿਉਂ ਇੱਦਾਂ ਦਾ ਫੀਲ ਹੋ ਰਿਹਾ, ਯੂ ਨੋ, ਕਿ ਨਹੀਂ ਮੈਂ ਕੁਝ ਹੋਰ ਕਰ ਸਕਦੀ ਹਾਂ। ਹਾਂ, ਚੱਲ ਫਟਾਫਟ ਸੋਚਣਾ ਨਹੀਂ ਹੈ ਕਿ ਕਿੱਦਾਂ ਅੱਛਾ ਕਰਾਂ ਨਾ ਕਰਾਂ, ਨਹੀਂ, ਕਿਆ ਮੈਂ ਇਹਨੂੰ ਫਿਕਸ ਕਰ ਸਕਦੀ ਹਾਂ। ਹਾਂ, ਮੈਂ ਸਿਰਫ ਪਿਆਰ ਨਾਲ ਗੱਲ ਕਰਨੀ ਹੈ, ਸੋ ਕਰੋ ਬਸ ਫਟਾਫਟ, ਨਾਲ ਦੇ ਨਾਲ ਪਿਆਰ ਨਾਲ ਗੱਲ ਕਰੋ। ਕਈ ਵਾਰ ਇਹ ਵੀ ਬਹੁਤ ਮੁਸ਼ਕਿਲ ਲੱਗਦਾ ਹੈ ਕਿ ਇੱਕਦਮ ਸਵਿਚ ਕਰਨਾ, ਕਿਉਂਕਿ ਤੁਹਾਨੂੰ ਇੰਨਾ ਗੁੱਸਾ ਚੜਿਆ ਹੁੰਦਾ, ਤੁਹਾਨੂੰ ਲੱਗਦਾ ਕਿ
ਇੱਕਦਮ ਤੁਸੀਂ ਕਿੱਦਾਂ ਪਿਆਰ ਵਾਲੇ ਹੋ ਜਾਓ, ਇੱਕਦਮ ਤੁਸੀਂ ਕਿੱਦਾਂ ਸ਼ਾਂਤ ਹੋ ਜਾਓ, ਪਰ ਤੁਸੀਂ ਹੋ ਸਕਦੇ ਹੋ। ਆਈ ਫੀਲ ਇਹ ਸਿਰਫ ਇੱਕ ਸਵਿਚ ਦੀ ਗੱਲ ਹੁੰਦੀ ਹੈ, ਪ੍ਰੈਕਟਿਸ ਦੀ ਗੱਲ ਹੁੰਦੀ ਹੈ। ਜੇ ਇੱਕ ਵਾਰੀ ਤੁਸੀਂ ਬਾਰ-ਬਾਰ ਕਰੀ ਜਾਓ ਤੁਹਾਨੂੰ ਪ੍ਰੈਕਟਿਸ ਹੋ ਜਾਂਦੀ ਹੈ। ਤੁਹਾਡੇ ਲਾਈਫ ਪਾਰਟਨਰ ਦੇ ਵਿੱਚ ਉਹ ਕਿਹੜੀ ਇੱਕ ਕੁਆਲਿਟੀ ਹੋਣੀ ਚਾਹੀਦੀ ਹੈ ਜੋ ਤੁਹਾਡੇ ਲਈ ਬਹੁਤ ਜ਼ਰੂਰੀ ਹੈ? ओपन माइंड फॉर एवरीथिंग बेसिकली अंडरस्टैंडिंग ही होगी। बाकी आई डोंट लुक फॉर सोना होवे, लंबा होवे, सुनखा होवे, दाढ़ी होवे, आई मेरे वो जिहा डिमांड्स नहीं है। मैनूं लगता है ओपन माइंडेड होवे, अंडरस्टैंडिंग होवे, दैट्स इट। बाकी सब चीज़ां हो जाती। ਤੁਸੀਂ ਇੰਨੀਆਂ ਫਿਲਮਾਂ ਕੀਤੀਆਂ ਨੇ, ਕਦੇ ਕਿਸੇ ਡਾਇਰੈਕਟਰ ਤੋਂ ਝਿੜਕਾਂ ਪਈਆਂ ਨੇ ਤੁਹਾਨੂੰ? मेरी फर्स्ट साउथ इंडियन फिल्म थी, पहली फिल्म, और वो तमिल फिल्म थी एक जी मैं की थी। ਉਹਦਾ ਮੇਰਾ ਪਹਿਲਾ ਦਿਨ ਐਂਡ ਮੈਨੂੰ ਲੈਂਗੁਏਜ ਨਹੀਂ ਆਉਂਦੀ, ਮੈਂ ਆਪਣੇ ਡਾਇਲੌਗ ਬੜੇ ਮੁਸ਼ਕਿਲ ਨਾਲ ਰੱਟ ਕੇ ਆ ਰਹੀ ਸੀ, ਔਰ ਮੇਰੇ ਟੇਕਸ 'ਚ ਨਾ 2-3 ਟੇਕ ਹੋ ਗਏ ਮੇਰੇ ਤੋਂ, ਮੇਰਾ ਓਬਵੀਅਸਲੀ ਮੈਨੂੰ ਯਾਦ ਨਹੀਂ ਸੀਗਾ ਕਿ ਹੋ ਨਹੀਂ ਪਾ ਰਿਹਾ ਸੀ। ਐਂਡ ਦ ਡਾਇਰੈਕਟਰ ਸ਼ਾਊਟਡ ਐਟ ਮੀ ਐਂਡ ਮੇਰਾ ਇੰਨਾ ਮੂਡ ਆਫ ਹੋਇਆ, ਮੈਂ ਰੋਈ ਜਾ ਕੇ, ਯਾਰ ਮੈਂ ਵੈਨਿਟੀ ਵੈਨ 'ਚ ਜਾ ਕੇ ਬਹੁਤ ਰੋਈ। मेरा दिल किया मैं निकल जावां उत्थों, बिकॉज हजे मैं कॉन्ट्रैक्ट साइन करना सीगा, पहला दिन शूट दा और उसी दिन कॉन्ट्रैक्ट साइन होना सीगा, मैं कीता नहीं सीगा। मैं अपने डैड नूं फोन किया, मैं कहा डैड मैं नहीं करना, मैं क्या इन्ना ज़्यादा मैनूं झिड़किया उन्होंने, मैं क्या उन्होंने पता नहीं कि मैं नहीं, मैनूं नहीं आती लैंगुएज, उन्होंने भी तो सोच समझ के मैनूं लिया ना, मैनूं नहीं आती लैंगुएज, मैनूं मैं क्या पहले टेक च मैं तो इन्ना सीख रहे ना जिवें मैं पता नहीं गलती करती है थोड़ा, मैनूं ये वो, मैं क्या सो मैं सोच रही हूँ मैं बस छड़ के आ रही हूँ, मैं नहीं ये फिल्म करनी। गैस व्हाट मेरे डैड ने की कहा, ਕਹਿੰਦੇ ਤੇ ਹੋਰ ਵੀ ਪੰਜਾਬੀ ਕੁੜੀਆਂ ਫਿਲਮ ਕਰਦੀਆਂ ਨਾ ਸਾਊਥ ਦੇ ਵਿੱਚ। ਮੈਂ ਕਿਹਾ ਹਾਂ, ਬਿਕੋਜ਼ ਦੇਰ ਆਰ ਅਦਰ ਪੰਜਾਬੀ ਐਕਟਰਸ ਗਰਲਸ ਆਲਸੋ ਜਿਹੜੀਆਂ ਸਾਊਥ 'ਚ ਕੰਮ ਕਰਦੀਆਂ। ਸੋ ਕਹਿੰਦੇ ਅੱਛਾ ਮਤਲਬ ਤੂੰ ਨਹੀਂ ਕਰ ਸਕਦੀ। ਆਈ ਸੈਡ ਨਹੀਂ ਮੈਂ ਕਰ ਸਕਦੀ ਹਾਂ। ਮੈਂ ਕਿਹਾ ਬਾਏ, ਮੈਂ ਫੋਨ ਕੱਟਿਆ ਐਂਡ ਦੈਨ ਆਈ ਕੰਟੀਨਿਊਡ ਵਿਦ ਮਾਈ ਸ਼ੂਟ। ਸੋ ਸ਼ੁਰੂ ਤੋਂ ਹੀ ਐਕਟਰਸ ਨੂੰ ਸਾਊਥ ਇੰਡਸਟਰੀ ਤੋਂ ਬਾਲੀਵੁੱਡ ਵਿੱਚ ਜਾਂਦੇ ਦੇਖਿਆ ਹੈ, ਤੁਹਾਡੇ ਕੇਸ ਵਿੱਚ ਇਦਾਂ ਕਦੋਂ ਦੇਖਣ ਨੂੰ ਮਿਲੇਗਾ? ਅਗਰ ਇਸ ਸਾਲ ਪੈਂਡੇਮਿਕ ਨਹੀਂ ਹੁੰਦਾ ਸੋ ਇਸੇ ਸਾਲ ਹੋਣਾ ਸੀ। ਸੋ ਮੇਰਾ ਸਾਰਾ ਜੋ ਵੀ ਮੈਂ 2-3 ਚੀਜ਼ਾਂ ਕਰਨੀਆਂ ਸੀ ਸਾਰੀਆਂ ਖਤਮ ਹੋ ਜਾਣੀਆਂ ਸੀਗੀਆਂ ਹੁਣ ਤੱਕ, ਪ੍ਰੋਬਬਲੀ ਬਾਈ ਦੀ ਐਂਡ ਆਫ ਦੀ ਈਅਰ ਰਿਲੀਜ਼ ਹੁੰਦੀਆਂ, ਬਟ ਉਹ ਨਹੀਂ ਹੋ ਪਾਇਆ। ਬਟ ਜਿਵੇਂ ਪੈਂਡੇਮਿਕ ਥੋੜਾ ਖਤਮ ਹੋਏਗਾ ਮੇਰੇ ਉਹ ਸਾਰੇ ਪ੍ਰੋਜੈਕਟ ਸ਼ੁਰੂ ਹੋ ਜਾਣਗੇ। ਸੋ ਹੋਪਫੁਲੀ ਆਉਣ ਵਾਲਾ ਸਮਾਂ ਐਂਡ ਮੈਨੂੰ ਲੱਗਦਾ ਸਹੀ ਟਾਈਮ ਸੀਗਾ। हर एक चीज़ का ना एक वक्त होंदा है। मैंने लगता है जे आही चीज़ मैं हिंदी फिल्म या हिंदी शोज़ मैं 2-3 साल पहला किते होंदे ते शायद मैं चंगा नहीं कर पाती। मैंने लग रहा है कि जो भी मैं हुण कर रही हूँ करेक्ट टाइमिंग है। ਸੋ ਵਾਮਿਕਾ, ਕਿੱਦਾਂ ਦਾ ਰਿਹਾ ਪਿਟਾਰਾ ਪੋਡਕਾਸਟ ਤੇ ਤੁਹਾਡਾ ਐਕਸਪੀਰੀਅੰਸ? ਮੈਨੂੰ ਵੈਸੇ ਵੀ ਪਿਟਾਰਾ ਚੈਨਲ ਸਪੈਸ਼ਲ ਤੁਸੀਂ ਸੌਂਗ ਜੇ ਤੁਸੀਂ ਫਿਲਮ ਦਿਖਾਉਂਦੇ ਹੋ, ਆਈ ਐਮ ਰੀਅਲੀ ਮੈਨੂੰ ਬਹੁਤ ਸਾਰਾ ਤੁਸੀਂ ਅਪ ਟੂ ਡੇਟ ਲਾਈਕ ਯੂ ਆਲਵੇਜ਼ ਅਪ ਟੂ ਡੇਟ ਵਿਦ ਯੋਰ ਕੰਟੈਂਟ। So I really like that and I'm really happy कि ऐसे इंटरव्यू किया and बड़ी अच्छी गल्लां हुई, अच्छा लग्या।